ਕੋਟ ਖੰਡਾ ਬ੍ਰਹਿਮੰਡਾਂ ਦਾ ਮਾਲਕ, ਤਖਤ ਚਬਰ ਛਤਰ ਦਾ ਮਾਲਕ, ਗੁਰਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਅਵਤਾਰ, ਬਾਣ ਬੋਧ, ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਜੋ ਆਪਾਂ ਚਿਰਾਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਜੀਵਨ ਦੀਆਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਹਾਂ। ਆਓ ਅੱਜ ਵੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਾਵਨ ਜੀਵਨ ਵਿੱਚੋਂ ਕੁਝ ਕੁ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ, ਤਾਂ ਕਿ ਆਇਆ ਸਾਡਾ ਸੰਸਾਰ ਤੇ ਸਫਲ ਹੋ ਜਾਵੇ। ਆਨੇ ਦੇ ਦੁੱਖਾਂ ਕਲੇਸ਼ਾਂ ਕਾੜਿਆਂ ਸਾੜਿਆਂ ਰੋਗਾਂ ਸੋਗਾਂ ਫਿਕਰਾਂ ਚਿੰਤਾਵਾਂ ਤੋਂ ਬਚ ਜਾਈਏ, ਜਮਾਂ ਦੀ ਮਾਰ ਤੋਂ ਬਚ ਜਾਈਏ। ਅੱਜ 84 ਲੱਖ ਆਪਾਂ ਗੰਦੀਆਂ ਮੰਦੀਆਂ ਟੇਢੀਆਂ ਮੇਢੀਆਂ ਜੂਨੀਆਂ ਦੇਖਦੇ ਸੁਣਦੇ ਆ ਰਹੇ ਹਾਂ, ਇਹਨਾਂ ਤੋਂ ਸਾਡਾ ਬਚਾਅ ਹੋ ਜਾਵੇ। ਬਚਾਅ ਪਿਆਰ ਤਾਂ ਹੀ ਹੋ ਸਕਦਾ ਹੈ, ਰੋਜ਼ ਕੋਈ ਨਾ ਕੋਈ ਨਵਾਂ ਢੰਗ ਤਰੀਕਾ ਪਾਤਸ਼ਾਹ ਸਾਨੂੰ ਦੱਸ ਕੇ ਉਹ ਚਾਹੁੰਦੇ ਨੇ ਕਿ ਇਸ ਇਨਸਾਨ ਦਾ ਕਿਵੇਂ ਨਾ ਕਿਵੇਂ ਭਲਾ ਹੋ ਸਕੇ। ਇੱਕ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸੰਸਾਰ ਤੇ ਇਹੋ ਜਿਹੇ ਰਹਿਬਰ ਆਏ ਜਿਨ੍ਹਾਂ ਦੇ ਇੱਕ ਨਹੀਂ ਦੋ ਨਹੀਂ, ਕੋਈ ਵਰਨ ਨਹੀਂ, ਕੋਈ ਭੇਖ ਨਹੀਂ, ਕੋਈ ਧਰਮ ਨਹੀਂ। ਕਿਸੇ ਇੱਕ ਅੱਧੇ ਨੂੰ ਗਿਆਨ ਨਹੀਂ ਦਿੱਤਾ। ਇਹ ਜਨਮ ਮਰਨ ਮਿਟਾਉਣ ਵਾਲਾ, ਜਮਾਂ ਦੀ ਮਾਰ ਤੋਂ ਬਚਣ ਵਾਲਾ, ਨਿੱਤ ਦੁੱਖਾਂ ਕਲੇਸ਼ਾਂ ਤੋਂ ਬਚਣ ਵਾਲਾ, ਕਾੜਿਆਂ ਸਾੜਿਆਂ ਤੋਂ ਬਚਣ ਵਾਲਾ, ਚਿੰਤਾ ਨੂੰ ਦੂਰ ਕਰਨ ਵਾਲਾ, ਜਿਹੜਾ ਸਾਂਝਾ ਉਪਦੇਸ਼ ਬਖਸ਼ ਕੀਤਾ, ਉਹ ਧੰਨ ਗੁਰੂ ਨਾਨਕ ਸਾਹਿਬ ਦੇ ਹਿੱਸੇ ਵਿੱਚ ਸੰਸਾਰ ਵਿੱਚ ਆਇਆ। ਸੰਸਾਰ ਤੇ ਕੋਈ ਪੀਰਾਂ ਪੈਗੰਬਰਾਂ ਅਵਤਾਰ ਔਲੀਆਂ ਨਬੀਆਂ ਦਾ ਕਮੀ ਨਹੀਂ ਆਈ, ਬੇਅੰਤ ਆਈ, ਪਰ ਸਭ ਨੂੰ ਵੱਖਰੀ ਸੋਚ ਰੱਖਣ ਵਾਲੇ, ਦੀਨ ਦੁਨੀਆ ਦੇ ਮਾਲਕ, ਸਭ ਦੇ ਦੁੱਖਾਂ ਦਾ ਨਾਸ਼ਕ, ਸੁੱਖਾਂ ਦਾ ਪ੍ਰਕਾਸ਼, ਸਭ ਦੀ ਗਿਆਨ ਝੋਲੀ ਦਾ ਭਰਨ ਵਾਲੇ ਕੇਵਲ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ, ਜਿਨ੍ਹਾਂ ਦੀ ਆਪਾਂ ਕਥਾ ਕਹਾਣੀਆਂ ਚਿਰਾਂ ਤੋਂ ਕਰਦੇ ਆ ਰਹੇ। ਉਹਨਾਂ ਦੁੱਖਾਂ ਕਲੇਸ਼ਾਂ ਦਾ ਜਿਹੜਾ ਕਾਰਨ ਦੱਸਿਆ, ਉਹ ਦੱਸਿਆ ਤੇ ਭਾਵੇਂ ਸਾਰੇ ਧਰਮ ਸ਼ਾਸਤਰਾਂ ਗ੍ਰੰਥਾਂ ਨੇ, ਪਰ ਦੱਸਣ ਦਾ ਢੰਗ ਤਰੀਕਾ ਜਿਹੜਾ ਸੀ ਨਾ, ਸਭ ਦਾ ਆਪੋ ਆਪਣਾ ਵੱਖਰਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਹ ਜਿਹੜਾ ਦੁੱਖਾਂ ਦਾ ਕਾਰਨ ਸਾਨੂੰ ਦੱਸਿਆ, ਕਾੜਿਆਂ ਸਾੜਿਆਂ ਦਾ, ਫਿਕਰਾਂ ਚਿੰਤਾਵਾਂ ਦਾ,
ਜਿਸ ਕਾਰਨ ਇਨਸਾਨ ਦੁਖੀ ਹੋ ਰਿਹਾ, ਉਹਨਾਂ ਨੇ ਇੱਕ ਗੱਲ ਤੇ ਪਾਤਸ਼ਾਹ ਨੇ ਜ਼ੋਰ ਦਿੱਤਾ ਕਿ ਜਿੰਨਾ ਚਿਰ ਸਾਡੇ ਮਨ ਨੂੰ ਲੱਗੀ ਹੋਈ ਸਾਡੇ ਕੀਤੇ ਪਾਪ ਕਰਮਾਂ ਦੀ ਮੈਲ ਧੁੱਪਦੀ ਨਹੀਂ, ਉਹਨਾਂ ਚਿਰ ਇਹ ਦੁੱਖ ਸਾਡੇ ਤੇ ਬੜੇ ਰਹਿਣਗੇ। ਜਮਾਂ ਦਾ ਮਾਰਨ ਦਾ ਵੀ ਡੰਡਾ ਸਾਡੇ ਤੇ ਸਿਰ ਤੇ ਰਹੂਗਾ, ਜੂਨੀਆਂ ਵਾਲਾ ਵੀ ਸਿਲਸਿਲਾ ਬਣਿਆ ਰਹੂਗਾ। ਔਰ ਇਹ ਤਨ ਜਿਹੜਾ ਸਾਡਾ ਹੈ, ਇਹਨੇ ਤੇ ਦੁੱਖਾਂ ਕਲੇਸ਼ਾਂ ਕਾੜਿਆਂ ਸਾੜਿਆਂ ਵਿੱਚ ਵੀ ਜ਼ਰੂਰ ਰਹੂਗਾ। ਇਹ ਪਾਤਸ਼ਾਹ ਨੇ ਸਾਨੂੰ ਗੱਲ ਸਮਝਾਉਂਦਿਆਂ ਹੋਏ ਵੀ ਇਹ ਕਿਵੇਂ ਮਿਟ ਸਕਦਾ, ਜੋ ਆਪਾਂ ਵਿਚਾਰ ਕਰ ਰਹੇ ਹਾਂ, ਜਨਮ ਮਰਨ ਕਿਵੇਂ ਮਿਟ ਸਕਦਾ ਹੈ। ਇਹ ਲੱਗੀ ਹੋਈ ਸਾਡੇ ਕੀਤੇ ਕਰਮਾਂ ਦੀ ਪਾਪਾਂ ਦੀ ਮੈਲ ਮਨ ਤੋਂ ਕਿਵੇਂ ਉਤਰ ਸਕਦੀ ਹੈ, ਦੁੱਖਾਂ ਕਲੇਸ਼ਾਂ ਤੋਂ ਕਿਵੇਂ ਬਚ ਸਕਦੀ। ਜਦੋਂ ਜਪਜੀ ਸਾਹਿਬ ਅਸੀਂ ਪੜ੍ਹਦੇ ਰੋਜ਼ ਪਾਤਸ਼ਾਹ ਸਾਨੂੰ ਉਚੇਚੇ ਤੌਰ ਤੇ ਸਮਝਾਉਂਦੇ ਨੇ, ਸੁਣਾ ਦੁੱਖ ਪਾਪ ਕਾ ਨਾਸ਼। ਰੱਬ ਦੀਆਂ ਕਥਾ ਕਹਾਣੀਆਂ, ਰੱਬ ਦੀਆਂ ਵਡਿਆਈਆਂ ਜਿਵੇਂ ਜਿਵੇਂ ਅਸੀਂ ਸੁਣਾਂਗੇ ਤਿਵੇਂ ਤਿਵੇਂ ਮਨ ਨਿਰਮਲ ਹੁੰਦਾ ਜਾਊ, ਮਨ ਸਾਫ਼ ਹੁੰਦਾ ਜਾਊ। ਪਾਤਸ਼ਾਹ ਦੇ ਇੱਕੋ ਹੀ ਢੰਗ ਤਰੀਕਾ ਹੈ ਸੁਣਨਾ, ਤੇ ਸੁਣ ਤੋਂ ਆਪਾਂ ਕਈਆਂ ਦਿਨਾਂ ਤੋਂ ਵਿਚਾਰ ਕਰਦੇ ਹਾਂ। ਸੁਣਦੀ ਜਿਨ੍ਹਾਂ ਨੇ ਸੁਣਿਆ ਉਹਨਾਂ ਦੇ ਦੁੱਖਾਂ ਕਲੇਸ਼ਾਂ ਨਾਸ ਹੋਇਆ, ਗੰਦੀਆਂ ਮੰਦੀਆਂ ਜੂਨੀਆਂ ਤੋਂ ਬਚੇ, ਚਿੰਤਾ ਫਿਕਰਾਵਾਂ ਤੋਂ ਬਚੇ, ਤਕਰੀਬਨ ਦੁੱਖਾਂ ਤੋਂ ਵੀ ਬਚੇ। ਕੱਲ੍ਹ ਆਪਾਂ ਇਸ ਸੁਣਨ ਵਾਲੀ ਲੜੀ ਵਿੱਚੋਂ ਹੀ ਧੰਨ ਗੁਰੂ ਬਜ਼ੁਰਗ ਬਾਬਾ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਦੇ ਜੀਵਨ ਤੇ ਥੋੜ੍ਹੀ ਜਿਹੀ ਝਾਤ ਮਾਰੀ ਸੀ। ਪਹਿਲਾਂ ਤਾਂ ਸੁਣਿਆ ਇੱਕ ਵੀਰ ਬ੍ਰਾਹਮਣ ਦੇ ਕੋਲੋਂ ਵੀ ਨੁਗਰਾ ਜਿਹੜਾ ਹੈ, ਜਿਹੜਾ ਗੁਰੂ ਵਾਲਾ ਬਣ ਨਹੀਂ ਸਕਿਆ, ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਵੀ ਜਨਮ ਮਰਨ ਤੋਂ ਬਚਾ ਲਵੇ। ਜਿਹੜਾ ਗੁਰੂ ਵਾਲਾ ਨਹੀਂ ਨਾ ਬਣਿਆ, ਦੁਨੀਆ ਦੀ ਕੋਈ ਤਾਕਤ, ਪਾਤਸ਼ਾਹ ਨੇ ਕਿਸੇ ਦਾ ਨਾਂ ਨਹੀਂ ਲਿਆ। ਦੁਨੀਆ ਤੇ ਜਿੰਨੇ ਪੀਰ ਪੈਗੰਬਰ ਅਵਤਾਰ ਔਲੀਏ ਆਏ, ਨਾ ਕੋਈ ਅੱਜ ਤੱਕ ਬਚਾ ਸਕਿਆ ਤੇ ਨਾ ਹੀ ਬਚਾ ਸਕੂਗਾ। ਸਾਡੇ ਇਸ ਜੀਵਨ ਕਾਲ ਵਿੱਚ ਗੁਰੂ ਦੀ ਐਡੀ ਵੱਡੀ ਮਹੱਤਤਾ ਹੈ। ਗੁਰੂ ਵਾਲਾ ਹੋਣਾ ਭਾਵ ਇੰਨਾ ਜ਼ਰੂਰੀ ਹੈ। ਛੋਟੀ ਜਿਹੀ ਇੱਕ ਟੂਕ ਦੇ ਦੇਵਾਂ, ਇਤਿਹਾਸ ਕਹਿੰਦਾ ਹੈ ਕਿ ਨਾਰਦ ਮੁਨੀ ਨੇ 36 ਯੁੱਗ
ਭਗਤੀ ਕੀਤੀ। 36 ਯੁੱਗ ਰੱਬ ਦਾ ਨਾਮ ਲਿਆ। ਅੱਜ ਯੁੱਗ ਹੈ ਨਾ, ਸਤਿਯੁਗ, ਕਲਯੁਗ, ਦੁਆਪਰ, ਤ੍ਰੇਤਾ। ਇਹ ਭਾਵ 9 ਵਾਰੀ ਬਦਲ ਜਾਵੇ ਚੌਕੜੀ, 36 ਯੁੱਗ, ਇੰਨਾ ਲੰਮਾ ਸਮਾਂ ਭਗਤੀ ਕੀਤੀ। ਜੇ ਪਿਆਰੋ ਆਖੀਰ ਉਹਨੂੰ ਗੁਰੂ ਧਾਰਨਾ ਪਿਆ, ਅਸੀਂ ਕੌਣ ਹੈ? ਅਸੀਂ ਤੇ ਕਦੇ ਗੁਰੂ ਦੇ ਚਰਨਾਂ 'ਚ ਨਮਸਕਾਰ ਨਹੀਂ ਕੀਤੀ। ਮਤਲਬ ਵਾਸਤੇ ਆਏ, ਸਵਾਰਥ ਵਾਸਤੇ ਆਏ ਵੀ ਬਾਬਾ ਸਾਨੂੰ ਆਹ ਚਾਹੀਦਾ ਹੈ, ਬਾਬਾ ਸਾਨੂੰ ਆਹ ਚਾਹੀਦਾ, ਉਹ ਦੇ ਦੇ। ਅਸੀਂ ਤੇ ਕੁਝ ਮੰਗਣ ਵਾਸਤੇ ਆਏ, ਤੇ ਮੰਗਣਾ ਵੀ ਸਾਨੂੰ ਨਹੀਂ ਆਇਆ। ਕਿਉਂ ਨਹੀਂ ਮੰਗਣਾ ਆਇਆ? ਬਹੁਤ ਸੋਹਣਾ ਮੰਗਦੇ ਆ, ਬੜੀ ਲੰਬੀ ਲਿਸਟ ਹੁੰਦੀ ਸਾਡੇ ਕੋਲ ਤਾਂ ਮੰਗਣ ਦੀ। ਛੋਟੀ ਜਿਹੀ ਲਿਸਟ ਨਹੀਂ ਲੈ ਕੇ ਆਉਂਦੇ ਅਸੀਂ। ਪਹਿਲਾ ਨੰਬਰ ਤਾਂ ਗੁਰੂ ਕੋ ਆਉਂਦੇ ਨਹੀਂ, ਜੇ ਆਉਂਦੇ ਤਾਂ ਬਹੁਤ ਵੱਡੀ ਲੰਬੀ ਲਿਸਟ ਹੁੰਦੀ ਸਾਡੇ ਕੋਲ ਮੰਗਾਂ ਦੀ। ਬਾਬਾ ਆਪ ਪੂਰੀ ਕਰ ਦੇ। ਆਣ ਕੇ ਆਪਣੀ ਲਿਸਟ ਜਿਹੜੀ ਹੈ ਮੰਗਾਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਰੱਖ ਦੇਣੀ। ਪਰ ਗੁਰੂ ਦੀ ਗੱਲ ਨਹੀਂ ਸੁਣੀ, ਗੁਰੂ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਵੀ ਗੁਰੂ ਸਾਡੀ ਮੰਗ ਪੂਰੀ ਕਰਦਾ ਕਿ ਨਹੀਂ ਕਰਦਾ। ਗੁਰੂ ਨੇ ਸਾਨੂੰ ਇਸ ਮੰਗੀ ਹੋਈ ਮੰਗ ਵਾਸਤੇ ਕੀ ਕਿਹਾ ਹੈ? ਅਸੀਂ ਆਪਣੀ ਸੁਣਾਉਣ ਵਾਸਤੇ ਤੇ ਗੁਰੂ ਕੋ ਆ ਜਾਂਦੇ, ਲੇਕਿਨ ਗੁਰੂ ਦੀ ਸੁਣਨ ਵਾਸਤੇ ਨਹੀਂ ਕਦੇ ਆਉਂਦੇ। ਬਹੁਤ ਭਾਗਾਂ ਵਾਲੇ ਨੇ ਜਿਹੜੀ ਗੁਰੂ ਦੀ ਸੁਣਨ ਵਾਲੇ ਵਾਸਤੇ ਆਉਂਦੇ ਹੋਣਗੇ। ਇਹਦੇ ਵਿੱਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ। ਜਿਹੜੇ ਗੁਰੂ ਦੀ ਸੁਣਨ ਵਾਸਤੇ ਆਉਂਦੇ, ਉਹਨਾਂ ਦੇ ਦੁੱਖਾਂ ਪਾਪਾਂ ਦਾ ਨਾਸ਼ ਨਾ ਹੋਵੇ, ਇਹ ਕਦੇ ਹੋ ਨਹੀਂ ਸਕਦਾ। ਜੇ ਨਾਰਦ ਨੂੰ ਪਤਾ ਲੱਗਾ ਵੀ ਗੁਰੂ ਵਾਲਾ ਬਣਨਾ ਜ਼ਰੂਰੀ ਹੈ, ਗੁਰੂ ਵਾਲਾ ਬਣ ਕੇ ਹੀ ਪਰਮ ਗਤੀ ਨੂੰ ਪ੍ਰਾਪਤ ਸਕੇ। ਕਿਸੇ ਗੁਰੂ को ਪੁੱਛ ਲਓ, ਕਿਸੇ ਭਗਤ को ਪੁੱਛ ਲਓ, ਤੁਹਾਨੂੰ ਸਾਰੇ ਜਣੇ ਇੱਕੋ ਹੀ ਗੱਲ ਕਹਿਣਗੇ ਵੀ ਸੱਜਣਾ, ਗੁਰੂ ਦੇ ਕੋਲ ਆਣ ਕੇ ਇੱਕ ਗੱਲ ਪੁੱਛ ਲਾ, ਸੁਣ ਲਾ, ਕਿ ਗੁਰੂ ਉਸ ਅਕਾਲ ਪੁਰਖ ਵਾਹਿਗੁਰੂ ਅੱਲਾਹ ਤਾਲਾ ਦੇ ਨਾਲ ਮੇਰਾ ਮੇਲ ਹੋ ਸਕਦਾ ਹੈ। ਆਣ ਕੇ ਕਹਿ ਗੁਰੂ ਦੇ ਚਰਨਾਂ ਵਿੱਚ, ਗੁਰੂ ਬੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਨਹੀਂ। ਕਦੇ ਮੰਗੀ ਗੱਲ? ਸ਼ਾਇਦ ਕਿਸੇ ਭਾਗਾ ਵਾਲੇ ਨੇ। ਨਹੀਂ ਤੇ ਦੁਨਿਆਵੀ ਮੰਗਾਂ ਜਿਹੜੀਆਂ ਪੂਰੀਆਂ ਕਰ ਵੀ ਦੇਵੇ ਮਾਲਕ, ਸਭ ਇੱਥੇ ਰਹਿ ਜਾਣਾ। ਤਨ ਮੰਗਿਆ, ਇੱਥੇ ਰਹਿ ਗਿਆ। ਧੀਆਂ ਪੁੱਤਰ ਮੰਗੇ, ਇੱਥੇ ਰਹਿ ਗਏ। ਸੱਜਣ ਮਿੱਤਰ ਦੋਸਤ ਮੰਗੇ, ਇੱਥੇ ਰਹਿ ਗਏ। ਰਿਸ਼ਤੇਦਾਰ ਕੁਟੁੰਬ ਭਾਈ ਮੰਗੇ ਤੇ ਸਭ ਇੱਥੇ ਰਹਿ ਗਏ। ਸੰਸਾਰ ਦੇ ਭੋਗ ਪਦਾਰਥ ਮੰਗੇ ਤੇ ਸਭ ਇੱਥੇ ਰਹਿ ਗਏ। ਇਹੋ ਚੀਜ਼ਾਂ ਮੰਗਦੇ ਆਪਾਂ। ਭਾਵ ਅਸੀਂ ਉਹ ਚੀਜ਼ਾਂ ਮੰਗੀਆਂ ਜਿਹੜੀਆਂ ਸਭ ਕੁਝ ਇੱਥੇ ਹੀ ਰਹਿ ਜਾਣ ਵਾਲੀਆਂ ਸੀ।
ਇਹ ਨਹੀਂ ਆਣ ਕੇ ਮੰਗਿਆ ਗੁਰਾ ਇੱਕ ਦੇ ਬੁਝਾਈ, ਇੱਕ ਦੱਸ ਦੇ ਗੱਲ ਮੈਨੂੰ, ਇੱਕ ਗੱਲ ਸਮਝਾ ਦੇ ਮੈਨੂੰ। ਮੈਂ ਤਾਂ ਜਿਹੜਾ ਸਾਰੇ ਸੰਸਾਰ ਦਾ ਪਾਲਕ ਹੈ, ਸਾਰੇ ਸੰਸਾਰ ਦੇ ਰੋਜੀ ਰੋਟੀ ਦੇਣ ਵਾਲਾ, ਸਾਰੇ ਸੰਸਾਰ ਨੂੰ ਮੇਰਾ ਉਹਦੇ ਨਾਲ ਮਿਲਾਪ ਕਰਾ ਦੇਗਾ। ਉਹਦਾ ਮਿਲਾਪ ਮੰਗਾਂਗੇ, ਗੁਰੂ ਦੱਸੂਗਾ ਸਾਨੂੰ ਢੰਗ ਤਰੀਕਾ, ਅਸੀਂ ਸੁਣਾਂਗੇ, ਤਾਂ ਜਾ ਕੇ ਪਿਆਰੋ ਸਾਡਾ ਪਾਰ ਉਤਾਰਾ ਹੋਣਾ, ਤਾਂ ਦੁੱਖਾਂ ਕਲੇਸ਼ਾਂ ਦੇ ਨਿੰਦਿਆਂ ਤੋਂ ਬਚਾਂਗੇ, ਤਾਂ ਜਮਾਂ ਦੀ ਮਾਰ ਤੋਂ ਬਚਾਂਗੇ। ਨਹੀਂ ਤੇ ਕੋਈ ਬਚਾਉਣ ਵਾਲਾ ਨਹੀਂ। ਪਹਿਲਾ ਨੰਬਰ ਗੁਰੂ, ਦੂਜਾ ਗੁਰੂ ਦੀ ਸੁਣਨੀ, ਸੁਣੈ ਦੁੱਖ ਪਾਪ ਕਾ ਨਾਸ਼। ਸੁਣਾਂਗੇ ਤਾਂ ਹੀ ਦੁੱਖਾਂ ਪਾਪਾਂ ਦਾ ਨਾਸ਼। ਪਾਪ ਕਿਹੜੇ? ਜਿਹੜੇ ਅਸੀਂ ਕੀਤੇ ਆ ਪਿਛਲੇ ਜਨਮਾਂ ਵਿੱਚ ਜਾਂ ਇਸ ਜਨਮ ਵਿੱਚ। ਅਸੀਂ ਜਿੰਨੇ ਵੀ ਪਾਪ ਕੀਤੇ ਆ ਉਹਨਾਂ ਦਾ ਨਾਸ਼ ਹੋ ਜਾਣਾ, ਖਤਮ ਹੋ ਜਾਣਾ। ਵੈਸੇ ਤੇ ਪਾਪ ਦੁਨੀਆ ਤੇ ਰਹਿਣਗੇ, ਦੁੱਖ ਵੀ ਸੰਸਾਰ ਤੇ ਬਣੇ ਰਹਿਣਗੇ। ਜਿਹੜਾ ਦੁੱਖਾਂ ਨੂੰ ਸਹਾਰਨ ਦਾ ਆਦੀ ਹੋ ਗਿਆ ਉਹ ਸਹਾਰਦਾ ਰਹੂਗਾ। ਜਿਹਨੂੰ ਇਹ ਦੁੱਖ ਮਹਿਸੂਸ ਹੋ ਗਿਆ ਵੀ ਇਹ ਜਨਮ ਮਰਨ ਦਾ ਦੁੱਖ, ਇਹ ਭੁੱਖ ਦਾ ਦੁੱਖ, ਸਰੀਰ ਦੁੱਖ, ਮਾਨਸਿਕ ਦੁੱਖ, ਕਿਉਂ ਆਉਂਦੇ ਆ? ਜਿਹਨੂੰ ਇਹ ਗੱਲ ਦੀ ਸੋਝੀ ਆਊ ਉਹੀ ਫਿਰ ਇਸ ਪਾਸੇ ਲੱਗ ਸਕੂਗਾ। ਇਹ ਸੋਝੀ ਕਿੱਥੋਂ ਆਊ? ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਆਪਾਂ ਗੁਰੂ ਦੀ ਗੱਲ ਕਰ ਰਹੇ ਨਾ, ਉਹ ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਜੇ ਗੁਰੂ ਦੇ ਦੁਆਰੇ ਤੇ ਆਏਗਾ ਪਿਆਰਿਆ, ਤਾਂ ਇਹਨਾਂ ਪਾਪਾਂ ਦਾ ਤੈਨੂੰ ਪਤਾ ਲੱਗੂ, ਤਾਂ ਦੁੱਖਾਂ ਦੀ ਸਮਝ ਆਊ, ਤਾਂ ਵਿਛੋੜੇ ਦੀ ਸਮਝ ਆਊ, ਤਾਂ ਹੀ ਜਮਾਂ ਦੀ ਮਾਰ ਤੋਂ ਬਚਣ ਦੀ ਤੈਨੂੰ ਸਮਝ ਆਊ। ਨਹੀਂ ਤੇ ਸਿਲਸਿਲਾ ਪਤਾ ਨਹੀਂ ਕਿੰਨੇ ਯੁੱਗਾਂ ਤੋਂ ਚੱਲਦਾ ਆ ਰਿਹਾ, ਪਤਾ ਨਹੀਂ ਕਿੰਨੇ ਯੁੱਗ ਅੱਗੇ ਚੱਲਦਾ ਰਹੇ। ਦਰਅਸਲ ਇਸੇ ਨੂੰ ਸਫਲ ਬਣਾਉਣ ਵਾਸਤੇ ਪਾਤਸ਼ਾਹ ਨੇ ਸਾਰੇ ਸੰਸਾਰ ਨੂੰ ਵਾਸਤੇ ਯਤਨ ਕੀਤਾ ਕਿ ਇੱਕ ਨਹੀਂ, ਸਾਰੀ ਮਨੁੱਖਤਾ, ਸਾਰਾ ਸੰਸਾਰ ਇਹਨਾਂ ਦੁੱਖਾਂ ਪਾਪਾਂ ਕਲੇਸ਼ਾਂ ਤੋਂ ਬਚ ਜਾਵੇ, ਜਨਮ ਮਰਨ ਤੋਂ ਬਚ ਜਾਵੇ। ਆਪਾਂ ਗੁਰੂ ਅਮਰਦਾਸ ਜੀ ਦੀ ਗੱਲ ਕਰ ਰਹੇ ਸੀਗੇ। ਪਹਿਲਾਂ ਉਸ ਬਹੁਤ ਸਤਿਕਾਰਯੋਗ ਪੰਡਤ ਜੀ ਦੇ ਕੋਲੋਂ ਗੁਰੂ ਬਾਰੇ ਪੁੱਛਿਆ। ਬਜ਼ੁਰਗ ਬਾਬਾ ਤੇਰਾ ਗੁਰੂ ਕੌਣ ਹੈ? ਅਮਰਦਾਸ ਬਜ਼ੁਰਗ ਬਾਬੇ ਨੇ ਵੀ ਸੱਚ ਦਾਤਾ, ਕਹਿੰਦਾ ਮੇਰਾ ਗੁਰੂ ਕੋਈ ਨਹੀਂ। ਤੇ ਫਿਰ ਇੱਕ ਸ਼ਬਦ ਦਾ ਬਾਣ ਮਾਰਿਆ ਉਸ ਪੰਡਤ ਜੀ ਨੇ, ਕਹਿਣ ਲੱਗਾ ਤੂੰ ਤੇ ਮੇਰਾ ਜਨਮ ਭ੍ਰਿਸ਼ਟ ਕਰ ਦਿੱਤਾ, ਜਿੰਨਾ ਤੇਰੇ ਨਾਲ ਮੈਂ ਸੰਗਤ ਕੀਤੀ ਉਹ ਮੇਰਾ ਸਮਾਂ ਵੀ ਵਿਅਰਥ ਚਲੇ ਗਿਆ ਜੀਵਨ ਦਾ। ਐਡੀ ਵੱਡੀ ਚੋਰ ਸ਼ਬਦ ਦੀ। ਇਹ ਗੱਲ ਫਿਰ
ਬਜ਼ੁਰਗ ਬਾਬਾ ਅਮਰਦਾਸ ਜੀ ਨੇ ਗੁਰੂ ਬਣਨ ਤੋਂ ਬਾਅਦ ਸਮਝਾਈ ਸੰਸਾਰ ਦੇ ਲੋਕਾਂ ਨੂੰ। ਆਪ ਪੰਡਤ ਜੀ ਕੋਲੋਂ ਸੁਣੀ ਪਹਿਲਾਂ, ਕੱਲ ਸੁਣ ਤੇ ਖੜੀ ਪਿਆਰਿਓ। ਫਿਰ ਅੰਦਰ ਇੱਕ ਤੜਫ ਪੈਦਾ ਹੋਈ ਵੀ ਗੁਰੂ ਕੌਣ ਹੋਵੇ। ਸੰਸਾਰ ਏਡਾ ਵੱਡਾ ਹੈ, ਗੁਰੂ ਕੌਣ ਹੋਵੇ। ਹੁਣ ਰਾਤ ਦਿਨ ਨੀਂਦ ਨਹੀਂ ਆਉਂਦੀ। ਅੰਮ੍ਰਿਤ ਵੇਲੇ ਉੱਠੇ, ਉੱਠਦੇ ਰੋਜ਼ ਅੰਮ੍ਰਿਤ ਵੇਲੇ ਸੀ। ਤੇ ਧੰਨ ਗੁਰੂ ਅੰਗਦ ਸਾਹਿਬ ਦੀ ਲੜਕੀ ਜਿਹੜੀ ਨਹੁੰ ਲੱਗਦੀ ਸੀ ਉਹਨਾਂ ਦੀ ਕਬੀਲੇ ਵਿੱਚੋਂ, ਉਹ ਵੀ ਤੜਕੇ ਉੱਠਦੀ ਸੀ। ਉਹ ਵੀ ਦੁੱਧ ਰੜਕਦੀ ਸਵੇਰ ਨੂੰ, ਪਰ ਪਹਿਲਾਂ ਵੀ ਉਹ ਸ਼ਬਦ ਪੜ੍ਹਦੀ ਸੀ ਦੁੱਧ ਰੜਕਦੀ ਹੋਈ। ਅੱਜ ਵੀ ਪੜ੍ਹਿਆ ਉਹਨੇ, ਭਾਗਾਂ ਨੂੰ ਤੋਂ ਬਗੈਰ ਪਹਿਲੇ ਸ਼ਬਦ ਬੋਲੇ ਨਹੀਂ ਸੁਣੇ ਉਹਨੂੰ। ਅੱਜ ਤੜਫ ਲੱਗੀ, ਉਧਰ ਬੀਬੀ ਨੇ ਮਧਾਣੀ ਪਾਈ ਦੁੱਧ ਵਿੱਚ, ਸ਼ਬਦ ਪੜ੍ਹਨ ਲੱਗੇ। ਉਧਰ ਬਜ਼ੁਰਗ ਬਾਬਾ ਅਮਰਦਾਸ ਜੀ ਉੱਠੇ, ਕੰਨਾਂ ਵਿੱਚ ਆਵਾਜ਼ ਪਈ, ਕਹਿੰਦੇ ਡੁੱਬਦਾ ਹੋਇਆ ਬੰਦਾ ਤਿਣਕੇ ਨੂੰ ਵੀ ਹੱਥ ਪਾਉਂਦਾ, ਘਾਹ ਨੂੰ ਵੀ ਹੱਥ ਪਾਉਂਦਾ। ਹੁਣ ਉਹ ਤਿਣਕੇ ਵਾਲੀ ਗੱਲ ਹੁਣ ਚਾਹੁੰਦਾ ਵੀ ਗੁਰੂ ਕਿੱਥੋਂ ਮਿਲੇ, ਕਿੱਥੋਂ ਸ਼ਾਂਤੀ ਮਿਲੇ। ਸ਼ਬਦ ਸੁਣਿਆ, ਦਿਨ ਚੜਿਆ। ਆਪਣੀ ਨੂੰਹ ਨੂੰ ਪੁੱਛਣ ਲੱਗਾ, ਬੇਟਾ ਇਹ ਸ਼ਬਦ ਕਿਸ ਦਾ ਪੜ੍ਹਦੀ ਹੈ ਤੂੰ? ਬੜਾ ਸ਼ਾਂਤ, ਬੜੀ ਸ਼ੀਤਲਤਾ, ਬੜਾ ਸਕੂਨ ਮਿਲਿਆ ਇਹਨੂੰ ਇਹਦੇ ਵਿੱਚੋਂ। ਉਹ ਰੋਜ਼, ਅੱਜ ਨਹੀਂ ਸੀ ਪੜ੍ਹਨ ਲੱਗੀ, ਉਹ ਰੋਜ਼ ਪੜ੍ਹਦੀ ਸੀ। ਤੇ ਰੋਜ਼ ਵਾਲੀ ਨਹੀਂ ਸੁਣੀ, ਅੱਜ ਭਾਗਾਂ ਨੇ ਸਾਥ ਦਿੱਤਾ ਤੇ ਅੱਜ ਸੁਣਿਆ ਸ਼ਬਦ। ਤੇ ਗੁਰੂਵਰ ਦੇ ਚਰਨਾਂ ਵਿੱਚ ਜੁੜ ਗਏ। ਗੁਰੂ ਵਾਲੇ ਬਣ ਕੇ ਗੁਰੂ ਤੋਂ ਇਹੋ ਜਿਹੀ ਆਸ਼ੀਰਵਾਦ ਹੈ ਕਿ ਗੁਰੂ ਹੀ ਬਣ ਗਏ। ਇਹ ਗੱਲ ਪਹਿਲੋਂ ਸਾਰੀ ਸੁਣਨ ਤੇ ਖੜੀ। ਸੁਣਾਂਗੇ ਤੇ ਜਨਮਾਂ ਦੇ ਪਾਪਾਂ ਦੀ ਮੈਲ ਉਤਰੂਗੀ। ਜੇ ਗੁਰੂ ਦਾ ਸ਼ਬਦ ਨਾ ਸੁਣੋਗੇ ਤੇ ਕਦੇ ਉਤਰ ਨਹੀਂ ਸਕਦੀ, ਤੇ ਕਦੇ ਜਨਮ ਮਰਨ ਮਿਟ ਨਹੀਂ ਸਕਦਾ। ਇਸ ਵਾਸਤੇ ਗੁਰੂ ਵਾਲਾ ਬਣਨਾ ਬਹੁਤ ਜ਼ਰੂਰੀ ਆ। ਤੇ ਇਕੱਲਾ ਜ਼ਰੂਰੀ ਨਹੀਂ, ਫਿਰ ਗੁਰੂ ਦੇ ਸ਼ਬਦਾਂ ਨੂੰ ਸੁਣਨਾ, ਮੰਨਣਾ, ਮਨ ਕੀਤਾ ਭਾਉ। ਫਿਰ ਜਦੋਂ ਪਿਆਰ ਸ਼ਬਦ ਨਾ ਪੈ ਜਾਊ, ਗੁਰੂ ਨਾਲ ਸ਼ਬਦ ਪੈ ਜਾਊ, ਪਿਆਰ ਪੈ ਜਾਊ, ਪ੍ਰੇਮ ਪੈ ਜਾਊ, ਅੰਤਰਗਤ ਤੀਰਥ ਮਲ ਨਹਾਏ। ਫਿਰ ਅੰਦਰ ਦੀ ਮੈਲ ਉਤਰ ਗਈ, ਅੰਦਰ ਦੀ ਮੈਲ। ਅੰਦਰ ਦੀ ਮੈਲ ਉਤਰੂ ਤੇ ਜਨਮ ਮਰਨ ਮਿਟੂ, ਪਾਪਾਂ ਤੋਂ ਬਚੂ ਜੀਵ। ਕੀਤੇ ਪਾਪਾਂ ਦੀ ਮੈਲ ਉਤਰੂ ਤੇ ਜਿਸ ਮਨੋਰਥ ਵਾਸਤੇ ਸੰਸਾਰ ਤੇ ਆਇਆ ਉਹ ਪੂਰਾ। ਸਮਾਂ ਹੋ ਗਿਆ, ਇੱਥੇ ਸਮਾਪਤੀ ਕਰ ਦਈਏ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ ਕਰ ਲਓ, ਜੋ ਆਪਣੇ ਪਾਤਸ਼ਾਹ ਕਿਰਪਾ ਕਰਨਗੇ ਉਹ ਜੀ ਆਪਾਂ ਕੱਲ੍ਹ ਨੂੰ ਵਿਚਾਰ ਕਰ ਦੇਵਾਂਗੇ। ਆਓ ਹੁਣ ਪਿੰਡ ਦੇ ਭਲੇ ਵਾਸਤੇ, ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।